ਕਿਤੇ ਮਨ ਦਾ ਵੀ ਟਿਕਾ ਬਣ ਜਾਏ। ਆਓ ਮਨ ਨੂੰ ਗੁਰੂ ਚਰਨਾਂ ਵਿੱਚ ਲਿਆਈਏ, ਕਰੀਏ ਸੁਰਤੀਆਂ ਬਿਰਤੀਆਂ ਇਕਾਗਰ, ਬਣਾਈਏ ਰਸਨਾ ਨੂੰ ਸਫਲਾ, ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਰੂਪ ਸਾਧ ਸੰਗਤ, ਆਪਾਂ ਇਲਾਹੀ ਬਾਣੀ ਕੀਰਤਨ ਰੂਪ ਵਿੱਚ ਭਾਈ ਸਵਰਨ ਸਿੰਘ ਜੀ ਮਿੱਠਾ ਟਵਾਣਾ, ਸਾਥੀ ਭਾਈ ਬਲਵੀਰ ਸਿੰਘ ਤਬਲੇ ਤੇ ਸੇਵਾ ਨਿਭਾ ਰਹੇ ਸਨ, ਭਾਈ ਜੀਵਨ ਸਿੰਘ, ਇਹਨਾਂ ਨੇ ਇਸ ਸ਼ਬਦ ਦੀ ਅਸਥਾਈ ਬਣਾਈ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਏ। ਕਰਨ ਕੀ ਹੈ ਤੇ ਕਾਰਨ ਕੀ ਹੈ? ਮੈਂ ਇਸ ਨੂੰ ਗੁਰੂ ਸਾਹਿਬਾਂ ਦੀ ਸ਼ਹੀਦੀ ਵੱਲ ਵੀ ਲੈ ਕੇ ਜਾਵਾਂਗਾ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹਾਦਤ ਨੂੰ ਅਸੀਂ ਹਰ ਸਾਲ ਯਾਦ ਕਰਦੇ ਹਾਂ, ਹਰ ਸਾਲ ਉਸੇ ਇਤਿਹਾਸ ਨੂੰ ਦੁਹਰਾਉਂਦੇ ਹਾਂ ਮੁੜ ਮੁੜ ਕੇ। ਪਹਿਲਾਂ ਅਸੀਂ ਉਸ ਇਤਿਹਾਸ ਤੋਂ ਸੇਧ ਕੀ ਲਈ, ਦੂਸਰਾ ਸਾਡੇ ਜ਼ਿਹਨ ਵਿੱਚ ਇਹ ਹੋਵੇ ਕਿ ਉਹ ਜਿਹੜੀ ਸਾਹਿਬਾਂ ਨੇ ਸ਼ਹਾਦਤ ਦਿੱਤੀ ਉਹਦਾ ਕਾਰਨ ਕੀ ਸੀ, ਕਿਸ ਕਾਰਨ ਉਹਨਾਂ ਨੂੰ ਇਹ ਸ਼ਹਾਦਤ ਦੇਣੀ ਪਈ, ਕਾਰਨ ਕੀ ਬਣਿਆ। ਕਾਰਨ ਕੋਈ ਇੱਕ ਨਹੀਂ ਹੈ, ਕਾਰਨ ਬੜੇ ਹੀ ਨੇ, ਕਾਰਨ ਬਹੁਤ ਨੇ ਜੇ ਅਸੀਂ ਵਿਚਾਰੀਏ ਤਾਂ। ਆਓ ਪਹਿਲਾਂ ਇਸ ਪੰਕਤੀ ਨੂੰ ਲਈਏ। ਕਰਨ ਕਿਹਨੂੰ ਕਹਿੰਦੇ ਨੇ? ਕਿਰਿਆ। ਕਰਨ ਤੋਂ ਭਾਵ ਹੈ ਜਗਤ, ਇਹ ਸੰਸਾਰ, ਕਿਰਿਆ ਜਿਹੜੀ ਰੱਬ ਨੇ ਬਣਾਈ ਹੈ। ਕਾਰਨ ਦਾ ਅਰਥ ਹੈ ਜਿਹੜਾ ਕਰਨ ਵਾਲਾ ਹੈ, ਕਰਤਾ, ਜਿਹੜਾ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀਂ ਕੋਈ, ਨਾਨਕ ਤਿਸ ਬਲਿਹਾਰ। ਕਰਨ ਤੇ ਕਾਰਨ ਪ੍ਰਭ ਏਕ ਹੈ, ਇੱਕੋ ਹੀ ਹੈ ਪ੍ਰਮਾਤਮਾ, ਜਿਹੜਾ ਸਾਰੀ ਸ੍ਰਿਸ਼ਟੀ ਦਾ ਕਾਰਨ ਹੈ, ਸਾਰੀ ਸ੍ਰਿਸ਼ਟੀ ਬਣਾਉਣ ਵਾਲਾ ਹੈ, ਜਿਹਨੂੰ ਕਰਤਾ ਅਸੀਂ ਕਹਿੰਦੇ ਹਾਂ। ਕਰਨ ਦੇ ਅਰਥ ਕਿਰਿਆ। ਮੈਟੀਰੀਅਲਿਜ਼ਮ ਲੈ ਲਓ, ਹੁਣ ਮੈਟੀਰੀਅਲਿਜ਼ਮ ਹੈ, ਮੈਟੀਰੀਅਲ ਤੇ ਹੈ, ਪਰ ਮੈਟੀਰੀਅਲ ਹੈਗਾ ਏ, ਇੰਸਟਰੂਮੈਂਟ ਨਹੀਂ ਹੈਗੇ। ਜੇ ਇੰਸਟਰੂਮੈਂਟ ਨੇ ਤੇ ਮੈਟੀਰੀਅਲ ਨਹੀਂ ਹੈ। ਮੈਟੀਰੀਅਲ ਤਾਂ ਹੈ ਪਰ ਇੰਸਟਰੂਮੈਂਟ ਨਹੀਂ ਹੈ। ਪਰ ਇੱਥੇ ਨਾ ਮੈਟੀਰੀਅਲ ਦੀ ਗੱਲ ਹੈ, ਨਾ ਇੱਥੇ ਇੰਸਟਰੂਮੈਂਟ ਦੀ ਗੱਲ ਹੈ। ਇੱਥੇ ਪਰਮਾਤਮਾ ਆਪ ਹੀ ਇੰਸਟਰੂਮੈਂਟ ਹੈ, ਆਪ ਹੀ ਉਸ ਨੂੰ ਚਲਾਉਣ ਵਾਲਾ ਹੈ ਤੇ ਆਪ ਹੀ ਮੈਟੀਰੀਅਲਿਜ਼ਮ ਹੈ। ਤਾਂ ਹੀ ਤਾਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਹਿ ਦਿੱਤਾ, ਉਹ ਕਰਨ ਵੀ ਹੈ ਤੇ ਕਾਰਨ ਵੀ ਹੈ। ਉਸ ਪਰਮਾਤਮਾ ਜਿਹੜਾ ਹੈ ਪਲ ਦੇ ਵਿੱਚ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਤੇ ਉਸ ਦੇ ਕਾਰਨ ਦੇ ਸਦਕੇ ਸਾਰੀ ਸ੍ਰਿਸ਼ਟੀ ਬਣ ਜਾਂਦੀ ਹੈ। ਫਿਰ ਅੱਗੇ ਮੇਰੇ ਪਾਤਸ਼ਾਹ ਕਹਿੰਦੇ ਨੇ ਸਮਰੱਥ ਪ੍ਰਭ। ਉਹ ਜਿਹੜਾ ਪਰਮਾਤਮਾ ਹੈ ਉਹ ਵਾਹਿਗੁਰੂ ਹੈ। ਸਮਰੱਥ ਤੋਂ ਸਰਬ ਕਲਾ ਸੰਪੂਰਨ। ਕੋਈ 14 ਕਲਾ, ਕੋਈ 16 ਕਲਾ, ਪਰ ਅਸੀਂ ਉਸ ਪਰਮਾਤਮਾ ਦੇ ਪਰਥਾਏ, ਉਸ ਵਾਹਿਗੁਰੂ ਦੇ ਪਰਥਾਏ ਕਹਿੰਦੇ ਆ। ਉਹ ਮਾਲਕ ਜਿਹੜਾ ਸਮਰੱਥ ਹੈ, ਸਰਬ ਕਲਾ ਸੰਪੂਰਨ ਹੈ, ਉਹ ਪੂਰਾ ਹੈ, ਹਰੇਕ ਮਨੁੱਖ ਅਧੂਰਾ ਹੈ। ਤਾਂ ਹੀ ਤਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ, ਪੂਰਾ ਪ੍ਰਭ ਆਰਾਧਿਆ, ਪੂਰਾ ਜਾਂ ਕਾ ਨਾਉ ਨਾਨਕ, ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਪੂਰਾ ਕਿਹੜਾ? ਇੱਕ ਹੀ ਰੱਬ, ਜਿਸ ਨੂੰ ਆਪਾਂ ਪੜ੍ਹਦੇ ਹਾਂ ਗੁਰਾ ਇੱਕ ਦੇ ਬੁਝਾਈ, ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਕਰਨ ਵੀ ਹੈ ਤੇ ਕਾਰਨ ਵੀ ਹੈ। ਗੁਰਾ ਇੱਕ ਦੇ ਬੁਝਾਈ। ਜਿਹੜੇ ਪਾਠਕ ਪਾਠ ਕਰਦੇ ਨੇ ਥੋੜਾ ਜਿਹਾ ਧਿਆਨ ਦਿਆ ਜੇ,
ਐਵੇਂ ਨਹੀਂ ਪੜਨਾ। ਅਸੀਂ ਆਮ ਐਵੇਂ ਪੜ੍ਹਦੇ ਹਾਂ, ਗੁਰਾਂ ਇੱਕ ਦੇ ਬੁਝਾਈ। ਗੁਰਾ ਨਹੀਂ ਹੈ, ਗੁਰਾ। ਹੇ ਗੁਰੂ, ਬੁਝਾਈ ਜਿਹਨੂੰ ਸਮਝਾ ਦਿੱਤਾ, ਸਮਝ ਆ ਗਈ ਕਿ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕ ਹੈ, ਸਾਰੀ ਸ੍ਰਿਸ਼ਟੀ ਦਾ ਸੰਚਾਲਕ ਇੱਕ ਹੈ, ਸਾਰੀ ਨੂੰ ਬਣਾਉਣ ਵਾਲਾ ਉਹ ਹੈ, ਤੇ ਸਾਰੇ ਹੀ ਉਹਦੇ ਭਾਉ ਦੇ ਵਿੱਚ ਚੱਲ ਰਹੇ ਨੇ। ਜਿਸ ਨੂੰ ਸਮਝ ਆ ਗਈ, ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ। ਸੋ ਪਲਸ ਮੈਂ, ਮੇਰੇ ਅੰਦਰੋਂ ਉਹ ਵਿਸਰੇ ਨਾ, ਉਹ ਮੈਨੂੰ ਕਦੇ ਵੀ ਭੁੱਲੇ ਨਾ। ਉਹ ਪ੍ਰਮਾਤਮਾ ਕਰਨ ਵਾਲਾ ਵੀ ਹੈ, ਕਿਰਿਆ ਵੀ ਹੈ, ਤੇ ਬਣਾਉਣ ਵਾਲਾ ਵੀ ਹੈ। ਮੈਟੀਰੀਅਲ ਵੀ ਹੈ, ਇੰਸਟਰੂਮੈਂਟ ਵੀ ਹੈ, ਤੇ ਬਣਾਉਣ ਵਾਲਾ ਵੀ ਆਪ ਹੈ। ਉਹ ਹਰ ਪਲ, ਹਰ ਛਿਨ, ਹਰ ਪੱਖੋਂ ਸਮਰੱਥ ਹੈ। ਜਿੰਨੇ ਵੀ ਮਨੁੱਖਤਾ, ਜਿੰਨੇ ਵੀ ਜੀਵ ਨੇ, ਹਰ ਪੱਖੋਂ ਅਸੀਂ ਅਸਮਰੱਥ ਹਾਂ। ਅਸੀਂ ਇੱਕ ਕੰਮ ਕਰਨਾ ਆਉਂਦਾ, ਦੂਸਰਾ ਨਹੀਂ। ਵੇਖੋ ਹੁਣ ਡਾਕਟਰ ਆਦਿਕ ਨੇ, ਕੋਈ ਅੱਖਾਂ ਦਾ ਸਪੈਸ਼ਲਿਸਟ ਹੈ, ਕੋਈ ਹਾਰਟ ਦਾ ਹੈ, ਕੋਈ ਕਿਡਨੀਆਂ ਦਾ। ਜਿੰਨੇ ਸਾਡੇ ਸਰੀਰ ਦੇ ਪਾਰਟਸ ਨੇ, ਉਹਨਾਂ ਦੇ ਵੱਖਰੇ ਵੱਖਰੇ ਸਪੈਸ਼ਲਿਸਟ ਨੇ, ਪਰ ਉਹ ਪ੍ਰਮਾਤਮਾ ਸਾਰਿਆਂ ਦਾ ਸਪੈਸ਼ਲਿਸਟ ਹੈ। ਉਸ ਪ੍ਰਮਾਤਮਾ ਨੇ ਇੱਕ ਮਾਂ ਦੀ ਰੱਤ ਪਿਤਾ ਦੇ ਬਿੱਧ ਤੋਂ ਇੰਨਾ ਸੁੰਦਰ ਸਰੀਰ ਬਣਾ ਦਿੱਤਾ। ਇੰਨਾ ਅੰਦਰ ਜਿਹੜਾ ਹਾਰਟ ਚੱਲਦਾ ਹੈ, ਸਾਡਾ ਸਾਰਾ ਸਿਸਟਮ ਹੈ, ਕਿਵੇਂ ਖੂਨ ਨੂੰ ਫਿਲਟਰ ਕਰ ਰਿਹਾ ਹੈ, ਰੱਬ ਨੇ ਕਿਵੇਂ ਵਸਤੂ ਇਹ ਸਿਸਟਮ ਬਣਾਇਆ ਹੈ। ਅਸੀਂ ਸੌ ਜਾਂਦੇ ਹਾਂ ਤੇ ਸਾਡਾ ਹਾਰਟ ਫਿਰ ਚੱਲਦਾ ਰਹਿੰਦਾ। ਸਾਡੇ ਜਿਹੜੇ ਖੂਨ ਦੀ ਪ੍ਰਕਿਰਿਆ ਹੈ, ਉਹ ਸਾਡੇ ਬਾਡੀ ਵਿੱਚ ਫਿਰ ਚੱਲਦੀ ਰਹਿੰਦੀ ਹੈ। ਕੌਣ ਚਲਾ ਰਿਹਾ? ਕਰਨ ਕਾਰਨ। ਉਹ ਜਿਹੜਾ ਸਮਰੱਥ ਪ੍ਰਭੂ ਹੈ, ਜੋ ਕਰੇ, ਧਿਆਨ ਦਿਆ ਜੇ, ਜੋ ਕਰੇ, ਇੱਥੇ ਅਸੀਂ ਰੁਕਣਾ। ਸੋ ਹੋਈ। ਇਸ ਨੂੰ ਵੇਖੋ, ਅਸੀਂ ਇਸ ਤੁਕਾਂ ਨੂੰ, ਇਸ ਬਾਣੀ ਨੂੰ ਅਸੀਂ ਰੋਜ਼ ਐਵੇਂ ਪੜ੍ਹ ਜਾਂਦੇ ਹਾਂ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਪਰ ਥੋੜਾ ਜਿਹਾ ਸੈਂਟੈਂਸ ਲਾ ਕੇ, ਇੱਕ ਬ੍ਰੇਕ ਦੇ ਕੇ, ਥੋੜਾ ਜਿਹਾ ਬ੍ਰੇਨ, ਬ੍ਰੇਕ ਵੀ ਤੇ ਬ੍ਰੇਨ ਵੀ। ਅਸੀਂ ਨਾ ਬ੍ਰੇਕ ਦਿੰਦੇ ਹਾਂ ਤੇ ਨਾ ਬ੍ਰੇਨ ਦਿੰਦੇ ਹਾਂ। ਨਾ ਸਾਡਾ ਬ੍ਰੇਨ ਹੁੰਦਾ ਹੈ ਤੇ ਨਾ ਸਾਡੀ ਬ੍ਰੇਕ ਹੁੰਦੀ ਹੈ। ਬ੍ਰੇਨ ਔਰ ਬ੍ਰੇਕ ਦੀ ਦੋਵਾਂ ਦੀ ਲੋੜ। ਰੁਕਣਾ ਹੈ ਤੇ ਬ੍ਰੇਨ ਇਹਦੇ ਵਿੱਚ ਹੋਵੇ, ਸਾਡਾ ਮੈਡੀਟੇਸ਼ਨ, ਸਾਡਾ ਧਿਆਨ ਹੋਵੇ। ਤੇ ਜਿਨ੍ਹਾਂ ਦਾ ਧਿਆਨ ਹੈ, ਉਹ ਕਹਿ ਰਹੇ ਹਨ, ਕਹਿੰਦੇ ਨੇ, ਜੋ ਕਰੇ ਸੋ ਹੋਈ। ਸੋ ਤੋਂ ਭਾਵ ਹੈ, ਉਹ ਜੋ ਰੱਬ, ਉਹ ਪਰਮਾਤਮਾ ਜੋ ਕਰਦਾ ਹੈ, ਹੁੰਦਾ ਉਹ ਹੀ ਹੈ। ਜੋ ਕਰੇ, ਕੌਣ? ਪਰਮਾਤਮਾ, ਵਾਹਿਗੁਰੂ। ਸੋ ਹੋਈ, ਹੁੰਦਾ ਉਹ ਹੈ, ਕਿਉਂਕਿ ਉਹ ਕਰਨ ਵੀ ਹੈ ਤੇ ਕਾਰਨ ਵੀ ਹੈ। ਉਹ ਕਿਰਿਆ ਵੀ ਹੈ ਤੇ ਕਰਨ ਵਾਲਾ ਵੀ ਹੈ। ਮੈਟੀਰੀਅਲ ਵੀ ਹੈ, ਇੰਸਟਰੂਮੈਂਟ ਵੀ ਹੈ, ਤੇ ਬਣਾਉਣ ਵਾਲਾ ਵੀ ਹੈ। ਫਿਰ ਮੇਰੇ ਸਾਹਿਬ ਜੀ ਕਹਿੰਦੇ ਨੇ, ਭਾਈ ਹਰ ਏਕ, ਉਹ ਪਰਮਾਤਮਾ ਇੱਕ ਹੈ, ਉਹਦੇ ਨਾਮ ਅਨੇਕ ਨੇ। ਜਿਸੀ ਰੋਜ਼ ਪੜ੍ਹਦੇ ਆ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤਨ ਹੈਂਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨਪਹੁ ਪ੍ਰਕਾਸ਼, ਅਮਿਤ ਓਜ ਕਹੀਜੈ। ਆ ਜਿਹੜੇ ਪਾਠ ਕਰਨ ਵਾਲੇ ਨੇ, ਪਾਠਕ ਧਿਆਨ ਦਿਆ ਜੇ, ਅਸੀਂ ਅਮਤੋਜ ਹੀ ਪੜ੍ਹਦੇ ਹਾਂ। ਅਮਤੋਜ ਕਹੀਜੈ, ਅਮਿਤ ਪਲਸ ਓਜ। ਓਜ ਤੋਂ ਭਾਵ ਹੈ ਤਾਕਤ। ਉਸ ਮਾਲਕ ਦੀ ਤਾਕਤ ਨੂੰ ਮਾਪਿਆ ਨਹੀਂ ਜਾ ਸਕਦਾ, ਵਰਣਨ ਨਹੀਂ ਕੀਤਾ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ। ਅਸੀਂ ਪੜ੍ਹ ਐਵੇਂ ਜਾਂਦੇ ਹਾਂ, ਅਮਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਿਨੀਜੈ, ਤ੍ਰਿਭੁਵਨ ਮਹੀਪ ਸੁਰ ਨਰ ਅਸੁਰ, ਨੀਤ ਨੀਤ ਬਨ ਤ੍ਰਿਣ ਕਹਿ, ਤਵ ਸਰਬਨਾਮ ਕਥਾ ਕਵਨ ਕਰਮ ਨਾਮ ਵਰਨ ਸੁਮਤ। ਪਰ ਇੱਥੇ ਜੇ ਅਸੀਂ ਐਵੇਂ ਪੜ੍ਹੀਏ, ਤੋਜ ਨਹੀਂ, ਅਮਿਤ ਓਜ। ਉਸ ਦੀ ਮਾਲਕ ਦੀ ਜਿਹੜੀ ਤਾਕਤ ਹੈ, ਉਹ ਮਾਪਣ ਤੋਂ ਪਰੇ ਹੈ। ਉਹ ਪਰਵਤਗਾਰ ਜਿਹੜਾ ਨਿਰੰਕਾਰ ਹੈ, ਉਹ ਕਰਨ ਵੀ ਹੈ। ਰੋਜ਼ ਪੜ੍ਹਦੇ ਹਾਂ, ਥਾਪਿਆ ਨਾ ਜਾਏ, ਕੀਤਾ ਨਾ ਹੋਏ। ਹੁਣ ਮੈਂ ਇਸ ਤੁਕ ਨੂੰ ਇਸ ਪਾਸੇ ਲਿਜਾਣਾ ਹੈ। ਜਿੰਨਾ ਚਿਰ ਸ਼ਹੀਦੀ ਇਹ ਸਾਕੇ ਚੱਲ ਰਹੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸ਼ਹੀਦੀ ਪੁਰਬ ਜਿਹੜਾ ਅਸੀਂ ਮਨਾਉਂਦੇ ਆ ਰਹੇ ਹਾਂ, ਮਨਾਉਣਾ ਵੀ ਹੈ। ਕਾਰਨ ਕੀ ਸੀ? ਬੜੇ ਹੀ ਕਾਰਨ ਸਨ, ਇੱਕ ਕਾਰਨ ਨਹੀਂ ਹੈ। ਕਾਰਨ ਇੱਕ ਨਹੀਂ ਹੈ,
ਇਹ ਤੇ ਕਾਰਨ ਉਦੋਂ ਹੀ ਸ਼ੁਰੂ ਹੋ ਗਏ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ, ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਰਿਉ ਜੀ ਕਾ ਹਈ ਤਾਂ ਪਾਂਡੇ ਕੱਤ। ਇਹ ਤੇ ਕਾਰਨ ਉਦੋਂ ਸ਼ੁਰੂ ਹੋ ਜਾਂਦੇ ਨੇ ਜਦੋਂ ਮੇਰੇ ਬਾਪੂ ਨੇ ਕਿਹਾ ਮੁਸਲਮਾਨ ਮੋਮ ਦਿਲ ਹੋਵੇ। ਇਹ ਤੇ ਕਾਰਨ ਉਦੋਂ ਸ਼ੁਰੂ ਹੋ ਜਾਂਦੇ ਨੇ। ਪੰਜ ਨਿਵਾਜਾਂ ਵਕਤ ਪੰਜ ਪੰਜ ਪੰਜਾਂ ਪੰਜੇ ਨਾਉ, ਪਹਿਲਾ ਸੱਚ ਹਲਾਲ ਦੋਏ, ਦੂਜਾ ਖੈਰ ਖਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਛੜਾਏ। ਇਹ ਕਾਰਨ ਨੇ। ਕਿਆ ਮੁਸਲਮਾਨ, ਜੇ ਮੁਸਲਮਾਨ ਹੋਣਾ ਹੈ ਤੇ ਮੁਸਲਮਾਨ ਐਵੇਂ ਜਾ ਹੋਵੇ, ਪਹਿਲਾ ਸੱਚ। ਜਿਹੜੀ ਤੇਰੀ ਨਮਾਜ਼ਾਂ ਤੋਂ 5 ਵਕਤ ਜਾ ਕੇ ਪੜ੍ਹਦਾ ਹੈ, ਔਰੰਗਜ਼ੇਬ ਵੀ 5 ਨਮਾਜ਼ੀ ਕਿਹਾ ਜਾਂਦਾ ਸੀ, ਪਰ ਨਮਾਜ਼ ਕਿਹੜੀ ਪੜ੍ਹਨੀ ਹੈ? ਨਮਾਜ਼ ਤੇਰੀ ਕਿਹੜੀ ਹੋਵੇ? ਕਿਆ 5 ਨਮਾਜ਼ਾਂ ਵਕਤ 5। ਪਹਿਲੀ ਨਮਾਜ਼ ਪਹਿਲਾ ਸੱਚ ਬੋਲਣਾ। ਹੁਣ ਸੱਚ ਕੌਣ ਬੋਲ ਕੇ ਰਾਜੀ ਹੈ? ਹੁਣ ਸੱਚ ਦਾ ਸੁਨੇਹਾ, ਸੱਚ ਦਾ ਪੈਗਾਮ ਜਦੋਂ ਸੁਣਾਇਆ ਜਾਂਦਾ ਹੈ, ਸੱਚ ਕਿਸੇ ਦੇ ਚੰਗਾ ਨਹੀਂ ਲੱਗਦਾ, ਕਿਸੇ ਨੂੰ ਭਾਉਂਦਾ ਨਹੀਂ ਹੈ। ਕਿਆ ਪਹਿਲਾ ਸੱਚ, ਫਿਰ ਦੂਜਾ ਹਲਾਲ। ਹਲਾਲ ਮੀਨਸ ਹੱਕ ਦਾ ਖਾਣਾ, ਕਿਸੇ ਦਾ ਹੱਕ ਨਹੀਂ ਮਾਰਨਾ। ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ, ਤੇ ਤੀਜੀ ਨਮਾਜ਼ ਤੇਰੀ ਹੋਵੇ ਕਿ ਸਾਰਿਆਂ ਦੀ ਮਨੁੱਖਤਾ ਦਾ ਤੂੰ ਭਲਾ ਮਨਾਈ। ਸੱਚ ਬੋਲਣਾ, ਘੱਟ ਨਹੀਂ ਤੋਲਣਾ, ਫਿਰ ਸਾਰਿਆਂ ਦਾ ਭਲਾ ਮਨਾਉਣਾ। ਕਿਉਂਕਿ ਬਾਪੂ ਨੇ ਕਿਹਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਭਾਣੇ ਤੋਂ ਭਾਵ ਹੈ ਰਜ਼ਾ, ਭਾਣੇ ਤੋਂ ਭਾਵ ਹੈ ਉਸ ਮਾਲਕ ਦਾ ਹੁਕਮ। ਉਸ ਮਾਲਕ ਦੇ ਜੇ ਹੁਕਮ ਦੇ ਵਿੱਚ ਹੈ ਤੇ ਸਰਬੱਤ ਦਾ ਭਲਾ। ਖੈਰ ਤੋਂ ਭਾਵ ਹੈ ਇਹ ਮਨੁੱਖ ਤੂੰ ਸਾਰਿਆਂ ਦੀ ਖੈਰ ਮਨਾ, ਸਾਰਿਆਂ ਦਾ ਭਲਾ ਮਨਾ। ਪਰ ਅਸੀਂ ਕਹਿੰਦੇ ਜ਼ਰੂਰ ਆ, ਦੂਸਰੇ ਦੇ ਭਲੇ ਦੀ ਗੱਲ ਚਾਹੁੰਦੇ, ਆਪਣਾ ਹੀ ਭਲਾ ਚਾਹੁੰਦੇ, ਆਪਣਿਆਂ ਹੀ ਨਿਆਣਿਆਂ ਵਾਸਤੇ, ਦੂਜਿਆਂ ਵਾਸਤੇ ਨਹੀਂ। ਹੋਵੇ ਮੇਰਾ ਭਲਾ, ਕਹਿਣਾ ਮੂੰਹ ਤੋਂ ਸਭ ਦਾ ਭਲਾ। ਅੰਦਰੋਂ ਕਹਿਣਾ ਹੈ ਮੇਰਾ ਭਲਾ, ਮੂੰਹ ਤੋਂ ਕਹਿਣਾ ਸਭ ਦਾ ਭਲਾ। ਹੁਣ ਮੇਰੇ ਸਾਹਿਬ ਜੀ ਇੱਕ ਨੂੰ ਨਹੀਂ, ਸਾਰੀਆਂ ਧਿਰਾਂ ਨੂੰ ਸਮਝਾਉਂਦੇ ਨੇ। ਕਹਿੰਦੇ ਨੇ 5 ਨਿਵਾਜਾਂ ਵਕਤ 5, 5 ਪੰਜਾਂ ਪੰਜੇ ਨਾਉ, ਪਹਿਲਾ ਸੱਚ, ਸੱਚ ਦੀ ਨਮਾਜ਼ ਭਾਵ ਤੂੰ ਸੱਚ ਬੋਲੇ, ਦੂਜਾ ਘੱਟ ਨਾ ਤੋਲੇ, ਤੇ ਤੀਸਰੀ ਨਮਾਜ਼ ਖੈਰ ਭਾਵ ਸਭ ਦਾ ਭਲਾ, ਤੇ ਚੌਥੀ ਚੰਗੀ ਤੇਰੀ ਨੀਅਤ ਵੀ ਹੋਵੇ। ਇਹ 4 ਨਮਾਜ਼ਾਂ ਤੇਰੀਆਂ ਪਹਿਲਾਂ ਹੋਣ, ਤੇ ਫਿਰ ਪੰਜਵੀਂ ਸਿਫਤ ਛੜਾਏ। ਫਿਰ ਪੰਜਵੀਂ ਨਮਾਜ਼ ਹੈ ਤੋ ਜਿਸ ਨੇ ਤੈਨੂੰ ਜਨਮ ਦਿੱਤਾ ਹੈ, ਜਿਸ ਨੇ ਤੈਨੂੰ ਸੰਸਾਰ ਤੇ ਭੇਜਿਆ ਹੈ, ਜਿਹੜਾ ਨਿਰੰਕਾਰ ਹੈ, ਪਰਵਤਗਾਰ ਹੈ, ਉਸ ਦੀ ਫਿਰ ਤੂੰ ਸਿਫਤ ਕਰ, ਉਸ ਦੇ ਗੁਣਾਂ ਨੂੰ ਗਾਇਆ ਕਰ, ਉਸ ਮਾਲਕ ਨੂੰ ਧਿਆਇਆ ਕਰ। ਕਾਰਨ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਦੇ ਕਿਹੜੇ ਬਣਦੇ ਨੇ? ਆਪਾਂ ਬਾਣੀ ਪੜ੍ਹਦੇ ਆ ਨਾ, ਆ ਭਗਤ ਜੀ ਦੀ ਬਾਣੀ ਹੈ। ਬਾਬਾ ਕਬੀਰ ਜੀ ਕਹਿੰਦੇ ਨੇ, ਬੁੱਤ ਪੂਜ ਪੂਜ ਹਿੰਦੂ ਮੂਵੇ, ਤੁਰਕ ਮੂਵੇ ਸਿਰ ਨਿਆਈ, ਓਏ ਲੈ ਜਾਰੇ ਓਏ ਲੈ ਗਾਡੇ, ਤੇਰੀ ਗੱਤ ਦੋਹੂ ਨਾ ਪਾਈ। ਬੁੱਤ ਪੂਜ ਪੂਜ ਹਿੰਦੂ ਮੂਵੇ। ਹੁਣ ਜੇ ਕਿਸੇ ਨੂੰ ਕਹਿ ਦਿੱਤਾ ਵੀ ਬੁੱਤ ਤੁਸੀਂ ਪੂਜਦੇ ਹੋ, ਤੁਸੀਂ ਬੁੱਤ ਪ੍ਰਸਤੀ ਹੋ, ਬੁੱਤਾਂ ਨੂੰ ਪੂਜ ਪੂਜ ਕੇ, ਪੱਥਰਾਂ ਨੂੰ ਪੂਜ ਪੂਜ ਕੇ ਤੁਹਾਡੇ ਦਿਲ ਪੱਥਰ ਹੋ ਗਏ ਨੇ, ਇਹ ਗੱਲ ਕਿਸੇ ਨੂੰ ਹਜਮ ਹੋਏਗੀ? ਤੇ ਜੇ ਹਜਮ ਨਹੀਂ ਹੋਏਗੀ ਤੇ ਉਹ ਖਿਲਾਫ ਹੋਏਗਾ। ਕਾਰਨ ਬਣ ਗਿਆ, ਕਾਰਨ ਬਣ ਗਿਆ। ਜਿਹੜਾ ਖਿਲਾਫ ਹੋ ਗਿਆ ਤੇ ਉਹ ਕਾਰਨ ਬਣ ਗਿਆ। ਜੋ ਕਿ ਸੱਚ ਬੋਲਿਆ ਤੇ ਕਾਰਨ ਬਣ ਗਿਆ। ਹੁਣ ਬਾਣੀ ਭਗਤਾਂ ਦੀ ਹੈ, ਆਪਾਂ ਇਹ ਪੜ੍ਹਦੇ ਪਏ ਆ। ਪਾਤੀ ਤੋਰੈ ਮਾਲਨੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਿਰਜੀਓ। ਭੋਲੀ ਮਾਲਨੀ ਹੈ ਇਹੋ, ਸਤਿਗੁਰ ਜਾਗਤਾ ਹੈ ਦੇਓ। ਪਾਤੀ ਤੋਰੈ ਮਾਲਣੀ ਪਾਤੀ ਪਾਤੀ ਜੀਓ, ਜਿਸ ਪਾਹਨ ਕੋ ਪਾਤੀ ਤੋਰੈ। ਜਿਸ ਪਾਹਨ ਮੀਨਸ ਜਿਸ ਤੂੰ ਠਾਕੁਰ ਲਈ, ਜਿਸ ਪੱਥਰ ਦੇ ਅੱਗੇ ਲਿਆ ਕੇ ਤੂੰ ਇਹ ਫੁੱਲ ਰੱਖੇ ਦਿੱਤੇ ਨੇ, ਅਰਪਣ ਕਰ ਦਿੱਤੇ ਨੇ, ਉਹ ਤੇ ਨਿਰਜੀਓ ਹੈ। ਹੁਣ ਜਿਹੜਾ ਫੁੱਲ ਤੋੜਿਆ ਹੈ ਇਹ ਜੀਓ ਹੈ, ਇਹਦੇ ਵਿੱਚ ਜਿੰਦ ਹੈ, ਫੁੱਲ ਦੇ ਵਿੱਚ ਜਿੰਦ ਹੈ। ਜਦੋਂ ਟਾਹਣੀ ਨਾਲ ਜੁੜਿਆ ਸੀ, ਖਿੜਿਆ ਸੀ, ਟਾਹਣੀ ਨਾਲ ਜੁੜਿਆ ਖਿੜਿਆ, ਪਰ ਟਾਹਣੀ ਨਾਲ ਜੁਦਾ ਕੀਤਾ ਟੁੱਟਾ ਤੇ ਉਹ ਮੁਰਝਾ ਗਿਆ।
ਟੁੱਟਿਆ ਤੇ ਮੁਰਝਾ ਗਿਆ, ਉਹਦੇ ਵਿੱਚ ਜਿੱਦ ਸੀ, ਉਸ ਨੂੰ ਤੂੰ ਤੋੜ ਦਿੱਤਾ, ਉਸ ਨੂੰ ਤੂੰ ਮਰੋੜ ਦਿੱਤਾ। ਕਹਿਣ ਤੋਂ ਭਾਵ ਐ ਮਨੁੱਖ, ਤੂੰ ਰੱਬ ਨੂੰ ਤੇ ਖੁਸ਼ ਕਰਨਾ ਚਾਹੁੰਦਾ ਹੈ, ਪਰ ਜਿਹੜੀ ਰੱਬ ਦੀ ਪ੍ਰਮਾਤਮਾ ਦੀ ਮਨੁੱਖਤਾ ਹੈ ਤੂੰ ਉਹਨੂੰ ਤੋੜਦਾ ਪਿਆ, ਉਹਨੂੰ ਮਰੋੜਦਾ ਪਿਆ, ਉਹਦੇ ਉੱਤੇ ਤੂੰ ਜ਼ੁਲਮ ਕਰ ਰਿਹਾ ਹੈ। ਔਰ ਗੁਰੂ ਦਾ ਇਸ਼ਾਰਾ ਹੈ, ਕਾਰਨ ਬਣ ਰਹੇ ਨੇ। ਕਾਰਨ ਜਿਹੜਾ ਹੈ, ਕਾਰਨ ਵੇਖੋ, ਬਾਣੀ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਕਿਹਨੂੰ ਹੁਣ ਇਹ ਗੱਲ ਚੰਗੀ ਲੱਗੇ? ਇਹ ਗੱਲ ਕਿਹਨੂੰ ਚੰਗੀ ਲੱਗੇ? ਮਾਥੇ ਤਿਲਕ, ਕਿਆ ਤੂੰ ਮੱਥੇ ਤੇ ਤਿਲਕ ਲਾਈ ਫਿਰਦਾ ਹੈ? ਇਹ ਮੈਂ ਤੁਕ ਸਾਧ ਸੰਗਤ ਇੱਥੇ ਇਸ ਨੂੰ ਮੈਂ ਲਿਆ, ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ। ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਕੀ ਬਣਦਾ ਹੈ? 1604 ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਦੋਂ ਸੰਪਾਦਨਾ ਕਰਕੇ ਦਰਬਾਰ ਦੇ ਵਿੱਚ, ਪਹਿਲਾਂ ਦਰਬਾਰ ਦੀ ਸਿਰਜਣਾ ਹੁੰਦੀ ਹੈ ਹਰਮੰਦਰ ਦੀ, ਫਿਰ ਉਹਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਕਾਰਨ ਹੈ, ਬਾਣੀ ਨੂੰ ਇਕੱਤਰ ਕੀਤਾ ਜਾ ਰਿਹਾ ਹੈ। ਕਾਹਦੇ ਲਈ? ਮਨੁੱਖਤਾ ਨੂੰ ਸੇਧ ਦੇਣ ਲਈ। ਪਰ ਜਿਹੜੇ ਫਰੇਬੀ ਸਨ ਉਹਨਾਂ ਨੂੰ ਕਿੱਥੋਂ ਚੰਗਾ ਲੱਗੇ? ਕਿਆ ਮਾਥੇ ਤਿਲਕ ਹੱਥ ਮਾਲਾ ਬਾਣਾ, ਮੱਥੇ ਉੱਤੇ ਤਿਲਕ ਲਾਇਆ ਹੋਇਆ ਹੈ, ਹੱਥ ਦੇ ਵਿੱਚ ਮਾਲਾ ਫੜੀ ਹੋਈ ਹੈ, ਬਾਣਾ। ਬਾਣੇ ਤੋਂ ਭਾਵ ਹੈ ਲਿਬਾਸ, ਬੜਾ ਧਾਰਮਿਕ ਪਾਇਆ ਹੈ, ਤਿਲਕ ਲਾਏ ਨੇ, ਹੱਥ ਵਿੱਚ ਮਾਲਾ ਫੜੀ ਹੈ, ਧਾਰਮਿਕ ਲਿਬਾਸ ਪਾਇਆ ਹੋਇਆ ਹੈ। ਬਾਹਰੋਂ ਇੰਜ ਲੱਗਦਾ ਹੈ ਕਿ ਰੱਬ ਨਾਲ ਬੜੀ ਇਹ ਰੂਹ ਜੁੜੀ ਹੋਈ ਹੈ। ਰੱਬ ਵਿੱਚ ਤੇ ਇਹਦੇ ਵਿੱਚ ਰਤਾ ਜਿੰਨਾ ਵੀ ਕੋਈ ਫਰਕ ਨਹੀਂ ਹੈ, ਪਰ ਬਾਹਰੋਂ ਜੁੜਿਆ ਲੱਗਦਾ, ਅੰਦਰੋਂ ਟੁੱਟਿਆ ਹੋਇਆ ਹੈ। ਇੱਕ ਦਰਖਤ ਹੈ, ਦਰਖਤ ਦੇ ਨਾਲ 4-6 ਟਾਹਣੀ ਨਾਲ, ਇੱਕ ਨਾਲ ਫਲ ਲੱਗੇ ਹੋਏ ਨੇ, ਸਾਰੇ ਉਸ ਨਾਲ ਲੱਗੇ ਨੇ, ਪਰ ਬਹੁਤ ਸਾਰੇ ਜੁੜੇ ਨੇ, ਪਰ ਇੱਕ ਵਿੱਚੋਂ ਟੁੱਟਾ ਹੋਇਆ ਹੈ। ਜੁੜਿਆ ਉਹ ਵੀ ਹੈ, ਛਿਲਕੇ ਕਰਕੇ ਉਹ ਜੁੜਿਆ ਦਿਸਦਾ ਹੈ, ਪਰ ਅੰਦਰੋਂ ਟੁੱਟਾ ਹੈ। ਦੂਸਰਿਆਂ ਫਲਾਂ ਦੇ ਵਿੱਚ ਰਸ ਭਰ ਗਿਆ, ਖਟਾਸ ਆਈ, ਫਿਰ ਮਿਠਾਸ ਆ ਗਈ। ਉਹ ਕਿਸੇ ਨੂੰ ਪ੍ਰਸੰਨ ਕਰਨ ਵਾਸਤੇ, ਕਿਸੇ ਦਾ ਉਦਰ ਭਰਨ ਵਾਸਤੇ, ਕਿਸੇ ਦੀ ਰਸਨਾ ਦਾ ਟੇਸਟ ਬਣਨ ਵਾਸਤੇ ਇੱਕ ਫਲ ਤਿਆਰ ਹੋ ਗਿਆ। ਕਿਸੇ ਨੂੰ ਸੁੱਖ ਦੇਣ ਵਾਸਤੇ, ਕਿਸੇ ਦੀ ਪੇਟ ਦੀ ਪੂਰਤੀ ਕਰਨ ਵਾਸਤੇ, ਕਿਸੇ ਦਾ ਰਸ ਦੀ ਪੂਰਤੀ ਕਰਨ ਵਾਸਤੇ ਫਲ ਤਿਆਰ ਹੋ ਗਿਆ। ਉਹਨੂੰ ਚੱਕ ਮਾਰਿਆ, ਬੜਾ ਰਸ ਆਇਆ, ਪਰ ਇੱਕ ਹੈ ਜੁੜਿਆ ਉਹ ਵੀ ਹੈ, ਪਰ ਉਹ ਛਿਲਕੇ ਕਰਕੇ ਜੁੜਿਆ, ਅੰਦਰੋਂ ਟੁੱਟਾ ਹੋਇਆ, ਅੰਦਰੋਂ ਸੁੱਕਾ ਤੇ ਸੜਿਆ ਹੋਇਆ। ਹੁਣ ਮੇਰੇ ਸਾਹਿਬ ਜੀ ਕਹਿੰਦੇ ਨੇ, ਐ ਬ੍ਰਾਹਮਣ, ਹੱਥ ਵਿੱਚ ਤੇ ਮਾਲਾ ਫੜੀ ਹੈ, ਲਿਬਾਸ ਤੇ ਤੇਰਾ ਸਾਧੂਆਂ ਵਾਲਾ ਹੈ, ਪਹਿਰਾਵਾ ਤੇ ਤੇਰਾ ਰੱਬ ਨਾਲ ਜੁੜਿਆ ਹੋਇਆ ਵਾਲਾ ਹੈ, ਪਰ ਤੂੰ ਜੋ ਬਾਹਰੋਂ ਹੈ ਉਹ ਅੰਦਰੋਂ ਨਹੀਂ ਹੈ। ਕਾਰਨ ਗੁਰੂ ਸਾਹਿਬ ਜੀ ਦੀ ਸ਼ਹੀਦੀ ਦੇ ਮੈਂ ਦੱਸਣੇ ਨੇ। ਇੱਕ ਆਪਣਾ ਨਿਰਤਕਾਰੀ ਕਰਨ ਵਾਲੀ ਬੀਬੀ ਕਵਾਂਗਾ ਮੈਂ, ਤੇ ਨਚਾਰ ਨਹੀਂ ਆਖਦਾ, ਲੋਕੀ ਨਚਾਰ ਕਹਿੰਦੇ ਨੇ, ਡਾਂਸ ਜਿਹਨੂੰ ਅੱਜ ਕਹਿੰਦੇ ਨੇ। ਉਹ ਆਪਣਾ ਕਿਰਤ ਕਰਦੀ ਹੈ, ਕਿਉਂਕਿ ਰੱਬ ਨੇ ਕਿਸੇ ਨੂੰ ਕਿਸ ਤਰ੍ਹਾਂ ਦੀ ਕਿਰਤ ਦਿੱਤੀ ਹੈ। ਸਦਨਾ ਵੀ ਤੇ ਕਸਾਈ ਪੁਣਾ ਕਰਦਾ ਸੀ, ਉਹ ਕਸਾਈ ਦਾ ਕੰਮ ਕਰਦਾ ਹੈ, ਪਰ ਰੱਬ ਨਾਲ ਜੁੜਿਆ ਹੈ। ਭਗਤ ਰਵਿਦਾਸ ਜੀ ਕਿਹੜੇ ਢੋਰ ਢਵੰਤਾ, ਢੋਰ ਨੀਤ ਨਿਤਾ ਪ੍ਰਤੀ ਢੋਰ ਢੋਂਦੇ ਨੇ, ਪਰ ਅੰਦਰੋਂ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਨੇ। ਪਸ਼ੂ ਜਿਹੜੇ ਨੇ ਉਹ ਪਿੰਡ ਦੇ ਚੁੱਕ ਕੇ ਬਾਹਰ ਸੁੱਟਦੇ ਨੇ, ਖਲ ਲਾਉਂਦੇ ਨੇ, ਜੋੜੇ ਬਣਾਉਂਦੇ ਨੇ, ਲੋਕਾਂ ਦੇ ਪੈਰਾਂ 'ਚ ਪਵਾਉਂਦੇ ਨੇ, ਪਰ ਅੰਦਰੋਂ ਰੱਬ ਨਾਲ ਜੁੜੇ ਹੋਏ ਨੇ। ਕਈ ਵਾਰੀ ਅਸੀਂ ਕਿਸੇ ਦੀ ਕਿਰਤ ਵੇਖ ਕੇ, ਕਿਸੇ ਦਾ ਕੰਮ ਵੇਖ ਕੇ ਕਹਿ ਦਿੰਦੇ ਆ ਵੀ ਇਹ ਤੇ ਰੱਬ ਤੋਂ ਬਹੁਤ ਦੂਰ ਹੈ, ਪਰ ਕਿਸੇ ਦਾ ਲਿਬਾਸ ਵੇਖ ਕੇ ਕਹਿ ਦਿੰਦੇ ਆ ਇਹ ਤੇ ਬਹੁਤ ਰੱਬ ਦੇ ਨਾਲ ਜੁੜਿਆ ਹੋਇਆ ਹੈ। ਪਰ ਅੰਦਰੋਂ ਵੇਖੋ, ਅੰਦਰੋਂ ਕਿਹੜੀ ਰੂਹ ਜੁੜੀ ਹੋਈ ਹੈ। ਬਣਾਵਟ ਸਾਧਾਂ ਵਾਲੀ ਹੈ, ਤਿਲਕ ਲੱਗੇ ਨੇ, ਬਾਣਾ ਜਿਹੜਾ ਹੈ ਉਹ ਸਾਧਾਂ ਵਾਲਾ ਬਣਾਵਟ ਬਣਾਈ ਹੈ। ਰਾਹ 'ਚ ਖੜਾ ਹੈ ਇੱਕ ਬੀਬੀ, ਨਿਰਤਕਾਰੀ ਕਰਕੇ ਰਾਜ ਮਹਿਲਾਂ 'ਚੋਂ ਆਈ ਹੈ। ਉਹਨੇ ਪੈਰਾਂ ਵਿੱਚ ਘੁੰਗਰੂ, ਲਿਬਾਸ ਉਹਦਾ ਲਿੱਬਾ, ਤੇ ਉਹਦੀਆਂ ਜਿਹੜੀਆਂ ਬੋਡੀ ਲੈਂਗੁਏਜ ਹੈ ਉਹ ਹੋਰ ਤਰ੍ਹਾਂ ਦੀ ਡਾਢੀ ਜੀ ਲੱਗਦੀ ਹੈ। ਖਲੋਤਾ ਹੋਇਆ, ਮਾਲਾ ਫੜੀ ਹੋਈ ਹੈ, ਤੇ ਉਸ ਨੂੰ ਪੁੱਛਦਾ ਕਿੱਧਰੋਂ ਆਈ ਹੈ ਤੇ ਕਿੱਧਰ ਚੱਲੀ? ਚੁੱਪ ਕਰਕੇ ਲੰਘ ਗਈ।
ਹੁਣ ਵੇਖਦਾ ਵੀ ਕੱਲ ਵਾਲੇ ਟਾਈਮ ਨੂੰ ਇਸਨੇ ਫਿਰ ਆਉਣਾ ਹੈ, ਤੇ ਉਹ ਰਾਹ ਤੇ ਜਾ ਕੇ ਫਿਰ ਖਲੋ ਗਿਆ। ਉਹ ਨਿਰਤਕਾਰੀ ਕਰਕੇ ਬੀਬਾ ਫਿਰ ਆਈ, ਵੇਖਦਾ ਹੈ, ਫਿਰ ਉਹਨੂੰ ਕਮੈਂਟ ਕਰਦਾ, ਬੜਾ ਭੱਦਾ ਜਿਹਾ ਕਮੈਂਟ ਕਰਦਾ। ਅੱਜ ਅਸੀਂ ਬੜੇ ਭੱਦੇ ਭੱਦੇ ਕਮੈਂਟ ਕਰਦੇ ਆਂ, ਫੇਸਬੁੱਕਾਂ ਦੇ ਕਰੀ ਜਾਂਦੇ ਆਂ। ਬੜਾ ਭੱਦਾ ਜਿਹਾ ਕਮੈਂਟ ਕੀਤਾ, ਕਹਿੰਦਾ ਕਿੱਥੋਂ ਆਈ ਹੈ, ਕਿੱਥੇ ਚੱਲੀ ਆ। ਫਿਰ ਅੱਖਾਂ ਨੀਵੀਆਂ ਜਿਹੀਆਂ ਕਰਕੇ ਲੰਘ ਗਈ। ਸ਼ਾਇਦ ਇਸ ਨੂੰ ਕੋਈ ਭੁਲੇਖਾ ਪੈਂਦਾ ਹੋਵੇ, ਸ਼ਾਇਦ ਇਸ ਨੂੰ ਕੋਈ ਭੁਲੇਖਾ ਪੈ ਰਿਹਾ ਹੋਵੇ, ਫਿਰ ਲੰਘ ਗਈ। ਤੀਸਰਾ ਦਿਨ ਫਿਰ ਹੋ ਗਿਆ, ਉਸੇ ਰਾਹ ਤੇ ਉਥੇ ਥਾਂ ਤੇ ਖਲੋਤਾ ਹੈ। ਉਹ ਬੀਬਾ ਫਿਰ ਆਪਣੇ ਨਿਰਤਕਾਰੀ ਕਰਕੇ ਆਈ ਹੈ, ਤੇ ਫਿਰ ਉਸ ਨੂੰ ਭੱਦਾ ਜਿਹਾ ਕਮੈਂਟ ਕਰਕੇ ਕਹਿੰਦਾ ਕਿੱਥੋਂ ਆਈ ਹੈ ਤੇ ਕਿੱਥੇ ਚੱਲੀ ਹੋ। ਕਹਿਣ ਲੱਗੀ ਸਾਧ ਜੀ, ਬਾਬਾ ਜੀ, ਮੈਂ ਜਿੱਥੋਂ ਆਈ ਆ ਤੇ ਜਿੱਥੇ ਚੱਲੀ ਆ ਸ਼ਾਇਦ ਤੁਹਾਨੂੰ ਪਤਾ ਹੋਵੇ, ਤੇ ਜਿਹੜਾ ਮੇਰਾ ਇਹ ਲਿਬਾਸ ਹੈ, ਜਿਹੜਾ ਮੇਰਾ ਇਹ ਪਹਿਰਾਵਾ ਹੈ, ਜਿਹੜੀਆਂ ਮੇਰੀਆਂ ਸਿਰ ਦੀਆਂ ਮਹਿੰਦੀਆਂ ਤੇ ਲਿੰਬਾਂ ਕੀਤੀਆਂ ਹੋਈਆਂ ਨੇ, ਜਿਹੜੇ ਮੈਂ ਘੁੰਗਰੂ ਪੈਰਾਂ 'ਚ ਪਾਏ ਹੋਏ ਨੇ, ਜਿਹੜੇ ਮੈਂ ਤਨ ਤੇ ਗਹਿਣੇ ਸਜਾਏ ਹੋਏ ਨੇ, ਇਹ ਦੱਸਦੇ ਨੇ ਕਿ ਮੈਂ ਇੱਕ ਨੱਚਣ ਵਾਲੀ ਆ, ਨਿਰਤਕਾਰੀ ਕਰਨ ਵਾਲੀ ਆ। ਮੈਂ ਆਪਣੀ ਕਾਰ ਕਰਕੇ ਆਈ ਆ, ਮੈਂ ਰਾਜ ਮਹਿਲਾਂ ਵਿੱਚ ਨੱਚ ਕੇ ਆਈ ਆ, ਆਪਣੀ ਕਿਰਤ ਕਰਕੇ ਆਈ ਆ। ਜੋ ਮੈਂ ਹਾਂ ਉਹ ਮੇਰੀ ਬੋਡੀ ਲੈਂਗੁਏਜ ਦੱਸ ਰਹੀ ਹੈ, ਪਰ ਬਾਬਾ ਜੀ ਬ੍ਰਾਹਮਣ ਨੂੰ ਕਹਿਣ ਲੱਗੀ ਜੋ ਤੁਸੀਂ ਹੋ ਉਹ ਤੁਹਾਡੀ ਬੋਡੀ ਲੈਂਗੁਏਜ ਨਹੀਂ ਦੱਸਦੀ। ਬੋਡੀ ਲੈਂਗੁਏਜ ਕੁਝ ਹੋਰ ਕਹਿ ਰਹੀ ਹੈ ਤੇ ਤੁਹਾਡੇ ਅੰਦਰ ਕੁਝ ਹੋਰ ਚੱਲ ਰਿਹਾ ਹੈ। ਬਾਹਰੋਂ ਤੁਸੀਂ ਕੁਝ ਹੋਰ ਹੋ ਤੇ ਅੰਦਰੋਂ ਕੁਝ ਹੋਰ ਹੋ। ਇੱਥੇ ਮੇਰੇ ਬਾਪੂ ਨੇ ਕਹਿ ਦਿੱਤਾ, ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਵੀ ਬੇਸਮਝ ਜਿਹਾ ਅਣਜਾਣ ਜਿਹਾ ਸਮਝ ਲਿਆ, ਤੇ ਜਦੋਂ ਇਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਰਾਹੀਂ ਮਨੁੱਖਤਾ ਨੂੰ ਸਮਝਾਉਂਦੇ ਨੇ, ਤੇ ਜਿਹੜੇ ਇਹ ਫਰੇਬ ਕਰਨ ਵਾਲੇ ਸਨ, ਉਹਨਾਂ ਨੇ ਕਿੱਥੇ ਉਹਨਾਂ ਨੂੰ ਇਹ ਗੱਲ ਬਰਦਾਸ਼ਤ ਹੋਵੇ। ਹੁਣ ਕਾਨਾ, ਪੀਲੂ, ਛੱਜੂ, ਹਸਨ, ਇਹ ਜਿਹੜੇ ਨੇ ਇਹ ਵੀ ਆਏ ਨੇ। ਗੁਰੂ ਗ੍ਰੰਥ ਸਾਹਿਬ ਜੀ ਦੀ ਜਦੋਂ ਸੰਪਾਦਨਾ ਹੁੰਦੀ ਹੈ ਨਾ, ਧਿਆਨ ਰੱਖਿਆ ਜੀ, ਕਈ ਕਾਰਨ ਮੈਂ ਗਣਾਵਾਂਗਾ ਜਿੰਨਾ ਚਿਰ ਸ਼ਹੀਦੀ ਪੁਰਬ ਚੱਲਣਾ ਹੈ। ਕਈ ਕਾਰਨ ਗਣਾਵਾਂਗਾ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਤਤੀ ਤਵੀ ਦੀ ਗੱਲ ਸੀ ਨਿਰੀ ਕਰਕੇ ਤੇ ਕਹਾਣੀ ਖਤਮ ਕਰ ਦਿੰਦੇ ਆ। ਮੈਂ ਇਸ ਪਾਸੇ ਲਿਜਾਣਾ ਚਾਹੁੰਦਾ ਵੀ ਕਾਰਨ ਕੀ ਸੀ ਤੱਤਾ ਰੇਤਾ ਪਾਉਣ ਦਾ, ਤਤੀ ਤਵੀ ਤੇ ਬਿਠਾਉਣ ਦਾ। ਇਹ ਕਾਰਨ ਕੀ ਸੀ, ਕਿਉਂ? ਕੁਐਸਚਨ ਹੈ, ਕਾਰਨ ਕੀ ਹੈ? ਉਸ ਕਾਰਨ ਨੂੰ ਅਸੀਂ ਸਮਝਣੇ ਹੀ ਨਹੀਂ, ਅੱਜ ਤੱਕ ਸਮਝੇ ਹੀ ਨਹੀਂ, ਨਾ ਸਮਝਣ ਵਾਲੇ ਪਾਸੇ ਗਏ ਆ। ਮੇਰੇ ਸਾਹਿਬ ਜੀ ਕਹਿੰਦੇ ਨੇ ਕਾਰਨ ਵੇਖ, ਕਾਨਾ, ਪੀਲੂ, ਛੱਜੂ, ਇਹ ਜਦੋਂ ਆਏ ਤੇ ਕਹਿਣ ਲੱਗੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਤੁਸੀਂ ਸੰਪਾਦਨਾ ਕਰ ਰਹੇ ਹੋ। ਕਹਿਣ ਲੱਗੇ ਹਾਂ, ਕਿ ਸਾਡੀ ਵੀ ਬਾਣੀ ਦਰਜ ਕਰੋ। ਤੇ ਪਾਤਸ਼ਾਹ ਕਹਿਣ ਲੱਗੇ ਵੀ ਇਹ ਜਿਹੜੀ ਬਾਣੀ ਹੈ ਨਾ, ਜਿਹਨੂੰ ਅਸੀਂ ਕਹਿੰਦੇ ਆ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਇਹ ਜਿਹੜੀ ਬਾਣੀ ਧੁਰ ਦਰਗਾਹੋਂ ਰੱਬੀ ਮੰਡਲ ਦੇ ਵਿੱਚੋਂ ਆਈ ਹੈ, ਇਹ ਬਾਣੀ ਜਿਹੜੀ ਰੱਬੀ ਮੰਡਲ ਵਿੱਚ ਪ੍ਰਮਾਤਮਾ ਦੇ ਨਾਮ ਦੇ ਨਾਲ ਜੋੜਦੀ ਹੈ, ਉਸ ਪਰਵਤਗਾਰ ਨਾਲ ਜੋੜਦੀ ਹੈ, ਇਸ ਗ੍ਰੰਥ ਦੇ ਵਿੱਚ ਉਹ ਬਾਣੀ ਹੀ ਦਰਜ ਹੋ ਸਕਦੀ ਹੈ, ਹੋਰ ਬਾਣੀ ਨਹੀਂ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਇੱਕ ਪਾਵਨ ਬਚਨ ਕਹਿ ਕੇ ਮੈਂ ਸਮਾਪਤੀ ਵਾਲੇ ਪਾਸੇ ਆਵਾਂ। ਇਹ ਮੇਰਾ ਟੌਪਿਕ ਹੈ, ਕਿਆ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਕਿਆ ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰੋ ਹਰ ਰੰਗ, ਜਪਿਓ ਸਾਰੰਗ ਪਾਣੀ, ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਫਿਰ ਮੇਰੇ ਪਾਤਸ਼ਾਹ ਅਗਲੀ ਪੌੜੀ ਵਿੱਚ ਕਹਿੰਦੇ ਨੇ, ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਚਿਤ ਜਿਨ ਕਾ ਹਿਰਲਿਆ ਮਾਇਆ, ਬੋਲਨ ਭਏ ਰਵਾਣੀ, ਕਹੈ ਨਾਨਕ ਸਤਿਗੁਰ ਬਾਝੋਂ ਹੋਰ ਕੱਚੀ ਬਾਣੀ। ਇਹ ਬਾਣੀ ਜਿਹੜੀ ਅੱਜ ਵੀ ਅਸੀਂ ਕਈ ਵਾਰੀ ਗੁਰੂ ਦੀ ਬਾਣੀ ਨੂੰ ਛੱਡ ਕੇ ਹੋਰ ਬਾਣੀ ਗਾ ਕੇ, ਕੱਚੀ ਬਾਣੀ ਗਾ ਕੇ, ਕੱਚੀ ਬਾਣੀ ਨਾਲ ਲੋਕਾਂ ਨੂੰ ਆਪਣੇ ਮਗਰ ਲਾ ਕੇ ਬੜੇ ਖੁਸ਼ ਹੁੰਦੇ ਆ। ਧਿਆਨ ਦਿਆ ਜੇ, ਉਦੋਂ ਵੀ ਬਾਣੀ, ਇਹ ਬਾਣੀ ਲੋਕਾਂ ਨੇ ਬੋਲੀ ਕਿਹੜੀ?
ਆਪਾਂ ਪੜ੍ਹਦੇ ਆ ਨਾ, ਅੱਜ ਪੰਜਾਬ ਦੀਆਂ ਟਰਾਲੀਆਂ ਦੇ ਉੱਤੇ ਲਿਖਿਆ ਹੁੰਦਾ, ਨਾਨਕ ਨੀਵਾਂ ਜੋ ਚੱਲੈ ਲੱਗੈ ਨਾ ਤਤੀ ਵਾਹ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਗੁਰੂ ਕੇ ਮੁਖ ਤੋਂ ਬਾਣੀ ਨਹੀਂ, ਇਹ ਗੁਰੂ ਸਾਹਿਬ ਜੀ ਦਾ ਨਾਮ ਵਰਤਣਾ ਸ਼ੁਰੂ ਕਰ ਦਿੱਤਾ ਤੇ ਆਪਣੇ ਵੱਲੋਂ ਬਾਣੀ, ਲੋਕਾਂ ਨੇ ਬਾਣੀ ਕਹਿੰਦੇ ਨੇ ਮੂੰਹ ਚੋਂ। ਜਦ ਕਈ ਵਾਰੀ ਅਸੀਂ ਕਹਿ ਦਿੰਦੇ ਆ ਫਲਾਣੇ ਦੀ ਬੋਲ ਬਾਣੀ ਬੜੀ ਚੰਗੀ ਹੈ, ਬਾਣੀ ਬੋਲਣਾ ਕਹਿ ਦਿੰਦੇ ਆ ਫਲਾਣੇ ਦੀ ਬੋਲ ਬਾਣੀ ਬੜੀ ਮਾੜੀ ਹੈ, ਬੋਲਣਾ ਨੂੰ ਬਾਣੀ। ਪਰ ਜੋ ਗੁਰੂ ਦੇ ਮੁਖ ਤੋਂ ਉਚਾਰਨ ਹੁੰਦਾ ਹੈ ਸ਼ਬਦ, ਅਸੀਂ ਉਸ ਨੂੰ ਕੀ ਕਹਿੰਦੇ ਆ? ਗੁਰ ਪਲੱਸ ਬਾਣੀ। ਜੋ ਗੁਰੂ ਦੇ ਮੁਖ ਤੋਂ ਉਚਾਰਨ ਹੋਈ ਹੈ ਉਹ ਗੁਰਬਾਣੀ ਹੈ, ਤੇ ਜਿਹੜੇ ਅਸੀਂ ਬੋਲਦੇ ਆ ਇਹ ਬਾਣੀ ਹੈ। ਹੁਣ ਗੁਰੂ ਦੀ ਬਾਣੀ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਜੋੜਦੇ ਨੇ, ਤੇ ਜਦੋਂ ਗੁਰੂ ਦੀ ਬਾਣੀ ਜਿਹੜੀ ਹੈ ਉਹ ਸਾਨੂੰ ਸੱਚ ਨਾਲ ਜੋੜਦੀ ਹੈ, ਸਾਨੂੰ ਇੱਕ ਨਾਲ ਜੋੜਦੀ ਹੈ। ਜਦੋਂ ਅਸੀਂ ਭਾਈ ਸਾਹਿਬ ਸਿੰਘ ਦਾ ਦਰਪਣ ਪੜ੍ਹਦੇ ਆ ਤੇ ਉਸ ਦੇ ਦਰਪਣ ਦੇ ਉੱਤੇ ਲਿਖਿਆ ਪੋਥੀ ਹੈ ਨਾ, ਉਹਦੇ ਉੱਤੇ ਦਰਪਣ ਲਿਖਿਆ। ਤੇ ਦਰਪਣ ਪਤਾ ਕਿਹਨੂੰ ਕਹਿੰਦੇ ਨੇ? ਦਰਪਣ ਮੀਨਸ ਸ਼ੀਸ਼ਾ। ਤੇ ਇਹ ਜਿਹੜੀ ਗੁਰਬਾਣੀ ਹੈ ਇਹ ਸ਼ੀਸ਼ਾ ਹੈ। ਤੇ ਜਦੋਂ ਅਸੀਂ ਸ਼ੀਸ਼ੇ ਦੇ ਸਾਹਮਣੇ ਖਲੋ ਜਾਂਦੇ ਆ ਤੇ ਸ਼ੀਸ਼ਾ ਜਿਹੜਾ ਹੈ ਉਹ ਸਾਡੀ ਬਾਡੀ ਲੈਂਗੁਏਜ ਦੱਸਦਾ ਹੈ ਵੀ ਤੇਰੀ ਬਾਡੀ ਦੇ ਵਿੱਚ ਆਹ ਫਰਕ ਹੈ, ਇਹ ਤੇਰੇ ਬਾਡੀ ਦੇ ਵਿੱਚ, ਇਹ ਤੇਰੀ ਪੱਗ ਦੇ ਵਿੱਚ, ਇਹ ਤੇਰੇ ਕੇਸਾਂ ਦੇ ਵਿੱਚ, ਇਹ ਤੇਰੇ ਇਸ ਬਾਡੀ ਦੇ ਵਿੱਚ ਇੰਨਾ ਕੁ ਫਰਕ ਹੈ, ਇਸ ਨੂੰ ਦੂਰ ਕਰ ਲੈ। ਤੇ ਸ਼ੀਸ਼ੇ ਨੇ ਤੇ ਦੱਸਣਾ ਹੈ, ਤੇ ਅੱਗੇ ਖਲੋਣ ਵਾਲੇ ਨੇ ਉਹਨੂੰ ਸਵਾਰਨਾ ਹੈ, ਸੰਭਾਲਣਾ ਹੈ। ਹੁਣ ਗੁਰੂ ਕੀ ਬਾਣੀ ਜਿਹੜੀ ਹੈ ਇਹ ਸ਼ੀਸ਼ਾ ਹੈ, ਤੇ ਮਨੁੱਖ ਤੇਰਾ ਹਿਰਦਾ ਜਿਹੜਾ ਹੈ ਇਹ ਗੁਰੂ ਕੀ ਬਾਣੀ ਰਾਹੀਂ ਮੈਲ ਜਿਹੜਾ ਭਰਿਆ ਹੈ ਇਹਨੂੰ ਤੂੰ ਦੂਰ ਕਿਵੇਂ ਕਰਨੀ ਹੈ? ਮੈਲ ਕਿਵੇਂ ਦੂਰ ਕਰਨੀ ਹੈ? ਮੈਨੂੰ ਹੁਣ ਸਮਾਂ ਨਹੀਂ ਇਜਾਜ਼ਤ ਦੇ ਰਿਹਾ, ਮੈਂ ਅੱਗੇ ਕਿਵੇਂ ਚੱਲਾਂ? ਮੈਂ ਇੱਕ ਤੁਕ ਤੇ ਹੀ ਰੁਕ ਗਿਆ। ਕਰਨ ਕਾਰਨ ਸਮਰੱਥ ਪ੍ਰਭ ਜੋ ਕਰੇ ਸੋ ਹੋਈ, ਖਿੰਨ ਮੈਂ ਥਾਪ ਥਾਪਦਾ ਤਿਸ ਬਿਨ ਨਹੀਂ ਕੋਈ। ਖੰਡ ਬ੍ਰਹਮੰਡ ਪਾਤਾਲ ਦੀਪ ਰਵਿਆ ਸਭ ਲੋਈ, ਜਿਸ ਆਪ ਬੁਝਾਏ ਸੋ ਬੁਝ ਸੀ ਨਿਰਮਲ ਜਨ ਸੋਈ। ਪਰ ਕਰਨ ਨੂੰ ਇਹ ਆਪਾਂ ਅੱਗੇ ਇਸੇ ਨੂੰ ਲੈ ਕੇ ਚੱਲਾਂਗੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ, ਤੁਹਾਨੂੰ ਤਤੀ ਤਵੀ ਤੇ ਕਿਉਂ ਬਿਠਾਇਆ? ਤੁਹਾਡੇ ਸੀਸ ਵਿੱਚ ਰੇਤਾ ਕਿਸ ਕਰਕੇ ਪਾਇਆ? ਕਾਰਨ ਕੀ ਸੀ? ਇਸ ਕਾਰਨ ਨੂੰ ਆਪਾਂ ਜ਼ਰੂਰ ਸਮਝੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ